ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਰੁਕ ਸਭ ਤੋਂ ਪਹਿਲਾਂ ਕਰਾਂਗੇ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀ ਵੱਡੀ ਖਬਰ ਦੇ ਵੱਲ। ਨਵਜੋਤ ਸਿੰਘ ਸਿੱਧੂ ਬਨਾਮ ਕੈਪਟਨ ਅਮਰਿੰਦਰ ਸਿੰਘ ਰੇੜਕਾ ਫਿਲਹਾਲ ਉਲਝਦਾ ਜਾ ਰਿਹਾ ਹੈ। ਇਸੇ ਰੇੜਕੇ ਦੇ ਵਿਚਕਾਰ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਟਵੀਟ ਕਰਦੇ ਨੇ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕਿਹਾ ਹੈ ਕਿ ਜੇਕਰ ਮੇਰੀ ਕਿਸੇ ਵੀ ਵਿਰੋਧੀ ਪਾਰਟੀ ਦੀ ਆਗੂ ਦੇ ਨਾਲ ਬੈਠਕ ਹੋਈ ਆ ਤਾਂ ਮੈਨੂੰ ਉਸ ਗੱਲ ਦਾ ਸਬੂਤ ਪੇਸ਼ ਕੀਤਾ ਜਾਵੇ। ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖ ਦਿੱਤੀ ਹੈ ਕਿ ਹੁਣ ਜੋ ਵੀ ਰੇੜਕਾ ਚੱਲ ਰਿਹਾ ਇਸ ਦੇ ਵਿਚਕਾਰ ਹੁਣ ਖੁਦ ਹਾਈਕਮਾਨ ਨੇ ਦਖਲ ਦਿੱਤੀ ਹੈ ਤੇ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਾਈਕਮਾਨ ਕੀ ਫੈਸਲਾ ਲੈਂਦੀ ਹੈ। ਸੋ ਹੁਣ ਇਹ ਸਾਫ਼ ਹੋ ਚੁੱਕਿਆ ਹੈ ਕਿ ਇਸ ਰੇੜਕੇ ਨੂੰ ਬਹੁਤਾ ਲੰਬਾ ਸਮਾਂ ਕਾਂਗਰਸੀ ਹਾਈਕਮਾਨ ਨਹੀਂ ਚਲਾਏਗੀ, ਜਲਦ ਇਸ ਰੇੜਕੇ ਨੂੰ ਮੁਕਾ ਦਿੱਤਾ ਜਾਏਗਾ। ਇਸੇ ਟਵੀਟ ਦੇ ਨਾਲ ਇੱਕ ਵੀਡੀਓ ਵੀ ਨਸ਼ਰ ਕੀਤੀ ਗਈ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ, ਜਿਸ ਦੇ ਵਿੱਚ ਉਹ ਦੱਸ ਰਹੇ ਨੇ ਕਿ ਆਖਰਕਾਰ ਪੰਜਾਬ ਉਹਨਾਂ ਦੇ ਲਈ ਕਿੰਨਾ ਕੁ ਜ਼ਰੂਰੀ ਹੈ, ਕਿਉਂ ਉਹ ਹਰ ਵਾਰ ਪੰਜਾਬ ਦੇ ਲਈ ਖੜਦੇ ਨੇ। ਕੋਈ ਫੈਸਲਾ ਨਵਜੋਤ ਸਿੰਘ ਸਿੱਧੂ ਨੇ ਲਿੱਤਾ ਹੋਵੇ, ਪੰਜਾਬ ਲਈ ਨਾ ਲਿੱਤਾ ਹੋਵੇ, ਆਪਣੇ ਲਈ ਲਿੱਤਾ ਹੋਵੇ, ਮੈਨੂੰ ਪਤਾ ਕੋਈ ਇੱਕ ਬੰਦਾ ਨਾ ਲਓ ਇਸ ਹਿੰਦੁਸਤਾਨ ਦੇ ਵਿੱਚ, ਇੱਕ ਬੰਦਾ ਨਾ ਲਓ ਜਿਹਨੇ 6 ਸਾਲ ਦੀ ਲਾਦੇ ਸਪਾਸੇ, ਇੱਕ ਬੰਦਾ ਨਾ ਲਓ ਜਿਹਨੇ ਐਮਪੀ ਗਿਰੀ ਛੱਡੀ ਹੋਵੇ, ਇੱਕ ਬੰਦਾ ਨਾ ਲਓ ਜਿਹਨੇ ਗੁਰੂ ਘਰ ਨਾ ਛੱਡਣ ਦੇ ਲਈ ਐਮਪੀਸ਼ਿਪ ਵੀ ਛੱਡੀ ਹੋਵੇ, ਆਈਐਨਪੀ ਮਿਨਿਸਟਰੀ ਵੀ ਛੱਡੀ। ਇੱਕ ਬੰਦਾ ਨਾ ਲਓ ਜਿਹੜਾ ਕਹਿੰਦਾ ਹੋਵੇ ਵੀ ਆਹ ਰਾਹ ਹੈ, ਜੇ ਕਿਸੇ ਹੋਰ ਰਾਹ ਤੇ ਤੋਰਨਾ ਕੋਈ ਗੱਲ ਨਹੀਂ, ਤੁਸੀਂ ਤੁਰੋ, ਮੈਂ ਤੁਹਾਡਾ ਸਤਿਕਾਰ ਕਰਦਾ, ਪਰ ਆ ਚੁੱਕੋ ਤੁਹਾਡੀ ਮਿਨਿਸਟਰੀ, ਤਾਂ ਹੀ ਤੇ ਤੁਹਾਡੇ ਤੋਂ ਜਾਲੀਆਂ ਆਸਣ ਹੈ ਜੀ। ਮੇਰੀ ਗੱਲ ਹੁਣ ਇੱਕ ਮਿੰਟ ਹੈ। ਇਸ ਕਰਕੇ ਜਦੋਂ ਮੈਂ ਬੀਜੇਪੀ ਵੀ ਛੱਡੀ ਸੀ, ਪਾਰਟੀ ਵਧੀਆ ਰੱਖਦੀ ਸੀ, ਕੋਈ ਰੌਲਾ ਹੀ ਨਹੀਂ ਸੀ। ਆ ਚੱਕ ਬਈ ਕਰ ਕੰਪੇਨ ਇਹਨਾਂ ਦੀ, ਮੈਂ ਕਿਹਾ ਜੀ ਇਹ ਡਾਕੂ ਨੇ, ਮੈਂ ਨਹੀਂ ਕਰਦਾ। ਅੱਛਾ ਜੇ ਕੰਪੇਨ ਨਹੀਂ ਕਰਨੀ ਮਿੱਤਰਾ, ਕੰਪੇਨ ਨਹੀਂ ਕਰਨੀ ਨਾ ਕਰ, ਕੋਈ ਗੱਲ ਨਹੀਂ, ਫਿਰ ਪੰਜਾਬ ਤੋਂ ਦੂਰ ਰਹਿ। ਕਿਉਂ? ਮੈਂ ਜੜ ਤੋਂ ਦੂਰ ਹੋਇਆ, ਕੀ ਮੇਰਾ ਸੁਪਨਾ? ਜੇ ਮੈਂ ਆਪਣਾ ਘਰ ਨਹੀਂ ਸੰਭਾਲ ਸਕਦਾ, ਮੈਂ ਬਾਹਰ ਜਾ ਕੇ ਝਾੜੂ ਦਿੰਦਾ ਫਿਰਾਂ, ਫਿਰ ਕਿਆ ਹੈ ਜੀ ਇੱਥੋਂ ਬਾਹਰ ਬੜੀਆਂ ਸਾਜ਼ਿਸ਼ਾਂ ਕਰਦੇ, ਇੱਥੋਂ ਬਾਹਰ ਚੱਲ ਜਾ, ਤੈਨੂੰ ਉੱਥੇ ਦਾ ਉਹ ਬਣਾ ਦਿੰਦੇ ਆ ਫੇਸ। ਮੈਂ ਫਿਰ ਤੇ ਮੈਂ ਉੱਥੇ ਸੀ। ਹਾਂਜੀ ਮੇਰੇ ਮੁੰਡੇ ਨੇ ਫੈਸਲਾ ਅਸਿਸਟੈਂਟ ਐਡਵੋਕੇਟ ਨੂੰ ਕਿਹਨੇ ਛੱਡਿਆ? ਸਵੇਰੇ ਆਰਟੀਕਲ ਪੜਿਆ, ਕਹਿੰਦਾ ਪਾਪਾ ਦੇ ਆਰ ਅਕਿਊਜ਼ਿੰਗ ਯੂ ਆਫ ਨੈਪੋਟਿਜ਼ਮ। ਆਪਣੀ ਮਾਂ ਨੂੰ ਕਹਿੰਦਾ ਜੇ ਚੇਅਰਮੈਨ ਹੀ ਲਿੱਤੀ ਮੇਰੇ ਮਰੇ ਦਾ ਮੂੰਹ ਦੇਖੇ, ਤੁਰ ਗਿਆ। ਅੱਜ ਤੇ ਨਹੀਂ ਆਇਆ। ਕਿਹਦੇ ਲਈ ਕੀਤਾ? ਆਪਣੇ ਲਈ ਕਿ ਪੰਜਾਬ ਲਈ? ਦੱਸੋ ਨਾ ਕਿਹਦੇ ਲਈ ਕੀਤਾ? ਜਵਾਬ ਦੇਵੇ ਕੋਈ ਲਿਆਬਲਾ ਬੰਦਾ, ਜਿਹੜੇ ਹਰ ਰੋਜ਼ ਸ਼ੁਰਲੀਆਂ ਛੱਡਦੇ। ਮੈਂ ਉਹਨਾਂ ਨੂੰ ਜਵਾਬ ਦੇਣਾ ਚਾਹੁੰਦਾ, ਇੱਕ ਵਾਰ ਦਊਂ, ਬਾਅਦ ਦੇ ਵਿੱਚ ਮੈਂ ਸਫਾਈਆਂ ਨਹੀਂ ਦਿੰਦਾ ਨਾ ਮੈਂ ਦਵਾਂ। ਨਵਜੋਤ ਸਿੰਘ ਸਿੱਧੂ ਨੇ ਪੁੱਤਰ ਸਰਦਾਰ ਭਗਵੰਤ ਸਿੰਘ ਸੁਤੰਤਰਤਾ ਸੈਨਾਨੀ, ਜਿਹਨੇ ਰਜਵਾੜੇ ਛੱਡੇ, ਸਾਬਣ ਨਹੀਂ ਦੇਖਿਆ 3 ਮਹੀਨੇ, ਕੀਰਤੀ ਗਦਰ ਪਾਰਟੀ ਦੇ ਵਿੱਚ ਤੇਜਾ ਸਿੰਘ ਸੁਤੰਤਰ ਦੇ ਅੰਦਰ ਕੰਮ ਕੀਤਾ, ਉਹਦਾ ਪੁੱਤਰ ਨਵਜੋਤ ਸਿੰਘ ਸਿੱਧੂ ਜਦ ਦਾ ਰਾਜਨੀਤੀ ਦੇ ਵਿੱਚ ਆਇਆ, ਡੰਕੇ ਦੀ ਚੋਟ ਦੇ ਉੱਤੇ ਕਹਿਣਾ, ਜਦ ਦਾ ਰਾਜਨੀਤੀ ਦੇ ਵਿੱਚ ਆਇਆ ਔਰ ਜਦ ਤੱਕ ਰਾਜਨੀਤੀ ਦੇ ਵਿੱਚ ਰਹੂ, ਕਿਸੇ ਤੋਂ ਇੱਕ ਉਹਦਾ ਮੰਗਿਆ ਹੋਵੇ ਨੀਵੇਂ ਥਾਵੇਂ ਪਾਇਓ, ਉਸੇ ਦਿਨ ਰਾਜਨੀਤੀ ਪੰਜਾਬ ਦੇ ਲੋਕ ਉਸੇ ਦਿਨ। ਫਿਰ ਇਹ ਸ਼ੁਰਲੀਆਂ ਛੱਡਣੀਆਂ, ਸਿੱਧੂ ਨੈਗੋਸ਼ੀਏਸ਼ਨ ਕਰ ਰਿਹਾ, ਇੱਕ ਬੰਦਾ ਕਦੇ ਮਿਲਿਆ ਵੀ ਹੋਵੇ, ਨੈਗੋਸ਼ੀਏਸ਼ਨ ਤਾਂ ਬਹੁਤ ਦੂਰ ਦੀ ਗੱਲ ਹੈ। ਇਹ ਬਦਨਾਮ ਕਰਨ ਦੀ, ਜਿਹਦੀ ਸਫਲਤਾ ਰੋਕੀ ਨਹੀਂ ਨਾ ਜਾ ਸਕਦੀ ਮਿੱਤਰਾ, ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਐ ਬਦਨਾਮ ਕਰ ਲਓਗੇ, ਐ ਲੋਕਾਂ ਦਾ ਵਿਸ਼ਵਾਸ ਕਰੋਗੇ, ਨਹੀਂ ਖੋਇਆ ਜਾਂਦਾ। ਜੇ ਇਲੈਕਸ਼ਨ ਐਵੇਂ ਲੋਕਾਂ ਨੇ ਜਿਤਾਦੇ, ਹੈ ਇਹ ਪ੍ਰਮਾਣ ਨਹੀਂ। ਕੁਛ ਹੈ that which needs to be proven is not worth a toss। ਤੇ ਰੁੱਖ ਕਿਸਾਨੀ ਅੰਦੋਲਨ ਦੇ ਵੱਲ ਕਰਾਂਗੇ। ਬੀਤੇ ਦਿਨੀ ਕਿਸਾਨ ਜਥੇਬੰਦੀਆਂ ਭਾਵ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇੱਕ ਚਿੱਠੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਲਿਖੀ ਗਈ ਸੀ, ਜਿਸ ਚਿੱਠੀ ਦੇ ਵਿੱਚ ਕਿਹਾ ਗਿਆ ਸੀ ਕਿ 25 ਤਰੀਕ ਤੱਕ ਸਾਨੂੰ ਜਵਾਬ ਦਿਓ ਤੇ ਮਿਲਣ ਦਾ ਸਮਾਂ ਦਿੱਤਾ ਜਾਵੇ। ਪਰ ਇਸੇ ਦੇ ਦਰਮਿਆਨ ਇੱਕ ਪ੍ਰੈਸ ਕਾਨਫਰੰਸ ਬਲਵੀਰ ਸਿੰਘ ਰਾਜੇਵਾਲ ਨੇ ਵੀ ਕੀਤੀ ਆ। ਇਸ ਚਿੱਠੀ ਦਾ ਜਵਾਬ ਵੀ ਕੇਂਦਰ ਵਾਲੇ ਪੱਖ ਤੋਂ ਆ ਚੁੱਕਿਆ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਇਸ ਦਾ ਜਵਾਬ ਦਿੱਤਾ। ਉਸ ਜਵਾਬ ਦੇ ਲਈ ਵੀ ਸਿੱਧਾ ਸੁਰਿੰਦਰ ਢਲਾਹੁਣਾ ਵੱਲ ਚੱਲਾਂਗੇ। ਪਹਿਲਾਂ ਗੱਲਬਾਤ ਸੁਣਦੇ ਹਾਂ ਜੋ ਕੱਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ ਹੈ ਬਲਵੀਰ ਸਿੰਘ ਰਾਜੇਵਾਲ ਨੇ। ਗੰਭੀਰ ਇਲਜ਼ਾਮ ਨੇ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਉੱਤੇ ਲਾਏ ਨੇ। ਬਖਸ਼ਿਆ ਪੰਜਾਬ ਸਰਕਾਰ ਨੂੰ ਵੀ ਨਹੀਂ ਗਿਆ, ਪੰਜਾਬ ਸਰਕਾਰ ਵੀ ਕਿਸਾਨਾਂ ਦੇ ਰੇੜਕੇ ਦੇ ਵਿੱਚ ਹੈ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ, ਤੁਹਾਡੇ ਪਾਰਟ ਤੇ ਗੱਲਬਾਤ ਦਾ ਰਸਤਾ ਬੰਦ ਹੋਇਆ, ਅਸੀਂ ਗੱਲਬਾਤ ਲਈ ਤਿਆਰ ਹਾਂ। ਡੈਮੋਕ੍ਰੇਸੀ ਦੇ ਵਿੱਚ ਸਰਕਾਰਾਂ ਦੇ ਕੋਲੋਂ ਇਹ ਆਸ ਨਹੀਂ ਹੁੰਦੀ
ਵੀ ਉਹ ਕਿਤੇ ਬੈਠ ਕੇ ਮੇਜ਼ ਤੇ ਗੱਲਬਾਤ ਨਾ ਕਰਨ, ਭੱਜਣ ਮੈਦਾਨੋਂ। ਤੇ ਅਸੀਂ ਉਹਨਾਂ ਦੇ ਇਸ ਰਵੱਈਏ ਦੀ ਨਿੰਦਾ ਕੀਤੀ ਹੈ। ਉਹਨਾਂ ਨੂੰ ਕਿਹਾ ਵੀ ਤੁਹਾਡਾ ਰਵੱਈਆ ਜਿਹੜਾ ਉਹ ਤਾਨਾਸ਼ਾਹੀ ਵਾਲਾ, ਡੈਮੋਕ੍ਰੇਸੀ 'ਚ ਇੱਦਾਂ ਦਾ ਨਹੀਂ ਹੁੰਦਾ, ਤੇ ਜੇ ਨਹੀਂ ਤੁਸੀਂ ਕਰੋਗੇ ਤਾਂ ਫਿਰ ਅਸੀਂ ਪ੍ਰੋਗਰਾਮ ਬਾਰੇ ਜ਼ਿਕਰ ਕੀਤਾ ਸੀ ਤੁਹਾਡੇ ਖਿਲਾਫ ਇਹ ਕਰਨ ਵਾਲੇ। ਹਾਂਜੀ, ਮੋਰਚਾ ਚੱਲ ਰਿਹਾ, ਮੋਰਚੇ ਦੇ ਸੰਬੰਧ 'ਚ ਵੱਡਾ ਇਕੱਠ ਇਹ ਬਸ ਸ਼ੁਰੂ ਕਰਤਾ ਜੀ। ਹਾਂ ਬਸ ਇਹ ਤਾਂ ਸਮਝੋ ਸ਼ੁਰੂ ਹੈ, ਸਾਰੇ ਹੁਣ ਜਾ ਰਹੇ ਨੇ, ਜਥੇ ਹੁਣੇ ਸ਼ੁਰੂ ਹੋ ਗਏ। ਰਾਜਾ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ 4 ਮਹੀਨੇ ਹੋ ਗਏ ਗੱਲਬਾਤ ਬੰਦ ਕਰੀ ਨੂੰ, ਤੇ ਚਿੱਠੀ ਪਹਿਲਾਂ ਲਿਖ ਦੇਣੀ ਚਾਹੀਦੀ ਸੀ? ਪਹਿਲਾਂ ਤੁਸੀਂ ਕਹੀ ਗਏ ਕਿ ਸਰਕਾਰ ਚਿੱਠੀ ਦੇਵੇ ਤਾਂ ਗੱਲ ਕਰਨ ਆਵਾਂਗੇ। ਨਹੀਂ, ਇਦਾਂ ਅਸੀਂ ਕਦੀ ਨਹੀਂ ਕਿਹਾ ਵੀ ਸਰਕਾਰ ਪਹਿਲਾਂ ਚਿੱਠੀ ਦੇਵੇ। ਹਾਂ, ਇਹ ਜ਼ਰੂਰ ਕਹਿੰਦੇ ਰਹੇ ਹਾਂ ਵੀ ਡੈਮੋਕ੍ਰੇਸੀ 'ਚ ਸਰਕਾਰਾਂ ਦੀ ਡਿਊਟੀ ਹੁੰਦੀ ਹੈ, ਲੋਕੀ ਜਿੱਥੇ ਕੋਈ ਕਾਲਾ ਬਿੱਲਾ ਵੀ ਲਾ ਲੈਣ ਉਹਨਾਂ ਨੂੰ ਪੁੱਛਣ ਵੀ ਤੇਰਾ ਪ੍ਰੋਟੈਸਟ ਕੀ ਹੈ। ਇਹ ਐਡਾ ਵੱਡਾ ਅੰਦੋਲਨ ਹੈ, ਇੱਥੇ ਸਰਕਾਰ ਨੂੰ ਗੱਲਬਾਤ ਦਾ ਰਸਤੇ ਬੰਦ ਕਰਨੇ ਇਹ ਇਖਲਾਕੀ ਤੌਰ 'ਤੇ ਜਾਇਜ਼ ਨਹੀਂ, ਇਹ ਅਸੀਂ ਕਹਿੰਦੇ ਰਹੇ। ਨਹੀਂ, ਇਦਾਂ ਦੀ ਕੋਈ ਗੱਲ ਨਹੀਂ। ਇਹ ਤਾਂ ਅਸੀਂ ਆਪਣੇ ਵੱਲੋਂ ਚਿੱਠੀ ਲਿਖੀ ਹੈ ਵੀ ਬਹੁਤ ਸਮਾਂ ਹੋ ਗਿਆ, ਸਰਕਾਰ ਇਹ ਨਾ ਕਹੇ ਵੀ ਸਾਨੂੰ ਕੋਈ ਅਪਰੋਚ ਹੀ ਨਹੀਂ ਕਰਦਾ। ਅਸੀਂ ਇੱਕ ਚਿੱਠੀ ਲਿਖ ਕੇ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ, ਬਾਕੀ ਉਹਨਾਂ ਦਾ ਕੰਮ ਹੈ, ਬੁਲਾਉਣਗੇ ਗੱਲਬਾਤ ਲਈ ਜਾਵਾਂਗੇ। ਤੇ ਹੁਣ ਸੁਣਦੇ ਹਾਂ ਕਿ ਆਖਿਰਕਾਰ ਕੇਂਦਰੀ ਮੰਤਰੀ ਨਰਿੰਦਰ ਤੋਮਰ ਦਾ ਕੀ ਕੁਝ ਕਹਿਣਾ। ਡੱਲਾ ਸਾਹਿਬ, ਜੋ ਕੇਂਦਰੀ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਆਇਆ ਉਸ ਦੇ ਵਿੱਚ ਕੀ ਕੁਝ ਖਾਸ ਰਿਹਾ ਹੈ? ਕੀ ਕਹਿ ਰਹੇ ਨੇ? ਬੈਠਕ ਹੋਏਗੀ ਜਾਂ ਨਹੀਂ ਹੋਏਗੀ? ਜੇ ਹੋਏਗੀ ਤਾਂ ਕਿੰਨਾ ਹਾਲਾਤਾਂ ਦੇ ਵਿੱਚ ਹੋਏਗੀ? ਦੇਖੋ, ਜਿਹੜੀ ਚਿੱਠੀ ਲਿਖੀ ਕਿਸਾਨਾਂ ਨੇ ਮੋਦੀ ਸਾਹਿਬ ਨੂੰ ਕਿ 25 ਤਰੀਕ ਤੱਕ ਸਾਨੂੰ ਸਪਸ਼ਟ ਕੀਤਾ ਜਾਵੇ, ਸਰਕਾਰ ਨੂੰ ਚਿੱਠੀ ਲਿਖੀ ਕਿ ਅਸੀਂ ਮੋਦੀ ਸਾਹਿਬ ਦੇ ਨਾਲ ਮੀਟਿੰਗ ਕਰਨਾ ਚਾਹੁੰਦੇ ਹਾਂ ਕਿਸਾਨ ਆਗੂਆਂ ਵੱਲੋਂ, ਉਹਦੇ ਉੱਪਰ ਹਜੇ ਤੱਕ ਸਰਕਾਰ ਦਾ ਕੋਈ ਰੁਖ ਨਹੀਂ ਆਇਆ। ਪਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇੱਕ ਵਾਰੀ ਫੇਰ ਉਸੇ ਤਰ੍ਹਾਂ ਦਾ ਬਿਆਨ ਦਿੱਤਾ ਹੈ, ਜਿਹਦੇ ਨਾਲ ਇੱਕ ਪਾਸਿਓਂ ਨਾ ਪੱਖੀ ਹੁੰਗਾਰਾ ਦਿਖਦਾ ਹੈ। ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਕਹਿੰਦੇ ਨੇ ਕਿ ਅਗਰ ਕਿਸਾਨ ਮੀਟਿੰਗ ਕਰਨਾ ਚਾਹੁੰਦੇ ਨੇ ਤਾਂ ਕਿਸਾਨਾਂ ਕੋਲੇ ਅਗਰ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਤੋਂ ਇਲਾਵਾ ਕੋਈ ਸੁਝਾਅ ਹੈ, ਕੋਈ ਪ੍ਰਸਤਾਵ ਹੈ, ਤੇ ਜ਼ਰੂਰ ਉਹਨਾਂ ਦਾ ਸਵਾਗਤ ਕੀਤਾ ਜਾਊਗਾ ਔਰ ਉਹ ਤੁਰੰਤ ਅਸੀਂ ਉਹਨਾਂ ਨਾਲ ਇਸ ਗੱਲ ਨੂੰ ਅੱਗੇ ਤੋਰ ਸਕਦੇ ਹਾਂ। ਇਹ ਗੱਲ ਤਾਂ ਉਦੋਂ ਵੀ ਹੋਈ ਸੀ ਜਦੋਂ ਗੱਲਬਾਤ ਖਤਮ ਹੋਈ ਹੈ। ਦੇਖੋ, ਜਨਵਰੀ 'ਚ ਆਖਰੀ ਮੀਟਿੰਗ ਹੋਈ ਹੈ 26 ਜਨਵਰੀ ਤੋਂ ਕੁਝ ਦਿਨ ਪਹਿਲਾਂ, ਔਰ ਕੇਂਦਰੀ ਮੰਤਰੀ ਨਰਿੰਦਰ ਤੋਮਰ ਉਹਨਾਂ ਨੇ ਕਿਹਾ ਸੀ ਵੀ ਅਸੀਂ ਕਿਸਾਨਾਂ ਨੂੰ ਕਹਿ ਦਿੱਤਾ ਕਿ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਅਗਰ ਤੁਹਾਡੇ ਕੋਲੇ ਕੋਈ ਪ੍ਰਸਤਾਵ ਹੈ ਤੇ ਅਸੀਂ ਗੱਲਬਾਤ ਲਈ ਤੁਹਾਡੇ ਕੋਲੇ ਹਾਜ਼ਰ ਹੋ ਜਾਵਾਂਗੇ। ਔਰ ਮੋਦੀ ਸਾਹਿਬ ਨੇ ਕਿਹਾ ਸੀ ਅਸੀਂ ਇੱਕ ਟੈਲੀਫੋਨ ਦੀ ਦੂਰੀ ਤੇ ਹਾਂ। ਇਹਦਾ ਮਤਲਬ ਹੈ ਕਿ ਜਿਹੜੀ ਹੁਣ ਸਾਡੇ ਕਿਸਾਨ ਆਗੂਆਂ ਨੇ ਚਿੱਠੀ ਲਿਖੀ, ਉਹਦੇ ਵਿੱਚ ਕਿਸਾਨ ਆਗੂ ਕਹਿੰਦੇ ਅਸੀਂ ਗੱਲਬਾਤ ਦੁਬਾਰਾ ਸ਼ੁਰੂ ਕਰਨਾ ਚਾਹੁੰਦੇ ਹਾਂ। ਕਿਸਾਨ ਆਗੂਆਂ ਨੇ ਇਹ ਵੀ ਕਿਹਾ, ਕਿਸਾਨ ਆਗੂਆਂ ਨੇ ਵੀ ਸਾਡੀ ਮੰਗ ਉਹੀ ਹੈ ਵੀ ਅਸੀਂ 3 ਖੇਤੀ ਕਾਨੂੰਨ ਨੇ ਜਿਹੜੇ ਰੱਦ ਕਰਾਉਣ ਤੋਂ ਘੱਟ ਸਾਨੂੰ ਕੁਝ ਵੀ ਮਨਜ਼ੂਰ ਨਹੀਂ। ਸੋ ਅਜਿਹੀ ਸੂਰਤ ਦੇ ਵਿੱਚ ਨਰਿੰਦਰ ਤੋਮਰ ਉਹਨਾਂ ਦਾ ਬਿਆਨ ਆ ਗਿਆ ਵੀ ਜੇ 3 ਖੇਤੀ ਕਾਨੂੰਨ ਰੱਦ ਕਰਨ ਤੋਂ ਇਲਾਵਾ ਕੋਈ ਹੋਰ ਪ੍ਰਸਤਾਵ ਹੈ ਤਾਂ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ, ਕਿਉਂਕਿ ਉਹ ਪਹਿਲਾਂ ਹੀ ਕਹਿ ਚੁੱਕੇ ਨੇ ਜਨਵਰੀ 'ਚ ਸਰਕਾਰ ਵੱਲੋਂ ਕਿ ਜੋ ਵੱਧ ਤੋਂ ਵੱਧ ਸਰਕਾਰ ਦੇ ਸਕਦੀ ਸੀ ਉਹ ਸਰਕਾਰ ਨੇ ਕਹਿਤਾ ਕਿ ਅਸੀਂ 18 ਮਹੀਨਿਆਂ ਲਈ ਕਾਨੂੰਨ ਮੁਲਤਵੀ ਕਰਨ ਲਈ ਤਿਆਰ ਹਾਂ ਔਰ ਜ਼ਰੂਰੀ ਸੰਸ਼ੋਧਨ ਹੈ, ਸੋਧਾਂ ਨੇ ਉਹ ਕਰਨ ਲਈ ਤਿਆਰ ਹਾਂ। ਸੋ ਕੁੱਲ ਮਿਲਾ ਕੇ ਮੈਨੂੰ ਲੱਗਦਾ ਕਿ ਇਹ ਚਿੱਠੀਆਂ ਦਾ ਕੋਈ ਜ਼ਿਆਦਾ ਫਾਇਦਾ ਹੁੰਦਾ ਨਜ਼ਰ ਨਹੀਂ ਆਉਂਦਾ। ਬਾਕੀ ਦੇਖਦੇ ਹਾਂ 25 ਤਰੀਕ ਸ਼ਾਮ ਤੱਕ ਕੀ ਫੈਸਲਾ ਸਰਕਾਰ ਵੱਲੋਂ ਹੁੰਦਾ ਜਾਂ ਕਿਸਾਨ ਅਗਲੀ ਆਪਣੀ ਕੀ ਰਣਨੀਤੀ ਦੱਸਦੇ ਨੇ। ਤੇ ਹੁਣ ਰੁੱਖ ਕਰਦੇ ਹਾਂ ਸਿਆਸੀ ਚਿੱਠੀਆਂ ਦੇ ਵੱਲ। ਇੱਕ ਚਿੱਠੀ ਸਿਆਸਤ ਦੇ ਵੱਲੋਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਗਈ ਹੈ ਤੇ ਇਸ ਦਾ ਵੀ ਜੋ ਵਿਸ਼ਾ ਹੈ ਉਹ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਨ ਦਾ ਹੈ। ਜੀ ਹਾਂ, ਇਹ ਚਿੱਠੀ ਲਿਖੀ ਗਈ ਹੈ ਭਗਵੰਤ ਮਾਨ ਅਤੇ ਰਾਘਵ ਚੱਡਾ ਦੇ ਵੱਲੋਂ। ਆਮ ਆਦਮੀ ਪਾਰਟੀ ਦੇ ਆਗੂ ਨੇ ਦੋਹੇ, ਜਿਨ੍ਹਾਂ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਕਿਸਾਨਾਂ ਦੇ ਨਾਲ ਮੀਟਿੰਗ ਕਰਕੇ ਇਸ ਮਸਲੇ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ। ਚਿੱਠੀ ਤੁਸੀਂ ਵੇਖ ਸਕਦੇ ਹੋ, ਤੁਹਾਡੀਆਂ ਤਸਵੀਰਾਂ ਦੇ ਉੱਤੇ ਚਿੱਠੀ ਨਜ਼ਰ ਆ ਰਹੀ ਹੈ, ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਜਿਹੜਾ ਕਿਸਾਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ ਤਾਂ ਜੋ ਕਿਸਾਨ ਵਾਪਸ ਘਰਾਂ ਨੂੰ ਪਰਤਣ ਅਤੇ ਖਾਸ ਕਰਕੇ ਇਸ ਮਹਾਮਾਰੀ ਦੇ ਦੌਰ ਦੇ ਵਿੱਚ ਹਰ ਇੱਕ ਨੂੰ ਆਪਣੇ ਘਰਾਂ ਨੂੰ ਵਾਪਸ ਪਰਤ ਜਾਣਾ ਚਾਹੀਦਾ ਹੈ, ਪਰ ਕਿਸਾਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ। ਗੱਲ ਆਮ ਆਦਮੀ ਪਾਰਟੀ ਦੇ ਵੱਲੋਂ ਆਖੀ ਗਈ ਹੈ। ਭਗਵੰਤ ਮਾਨ ਅਤੇ ਰਾਘਵ ਚੱਡਾ ਦੇ ਵੱਲੋਂ ਖਾਸ ਤੌਰ ਦੇ ਉੱਤੇ ਗੱਲਬਾਤ ਕੀਤੀ ਗਈ ਹੈ। ਕਿ ਕੁਝ ਕਹਿ ਰਹੇ ਨੇ ਉਹ ਵੀ ਸੁਣਦੇ ਹਾਂ। ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ, ਪੂਰੇ ਦੇਸ਼ ਨੂੰ ਪਤਾ ਹੈ ਕਿ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੇ ਕਿਸਾਨ ਲਗਭਗ 6 ਮਹੀਨਿਆਂ ਤੋਂ ਦਿੱਲੀ ਦੇ ਆਲੇ ਦੁਆਲੇ ਜਿਹੜੇ ਬਾਰਡਰ ਨੇ ਉੱਥੇ ਬੈਠੇ ਉਹ ਪ੍ਰਦਰਸ਼ਨ ਕਰ ਰਹੇ ਨੇ ਕਾਲੇ ਕਾਨੂੰਨਾਂ ਦੇ ਖਿਲਾਫ ਜੋ ਖੇਤੀ ਨਾਲ ਸੰਬੰਧਿਤ ਨੇ, ਉਹਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਨੇ। ਇਸ ਦੌਰਾਨ ਉਹ ਜਿਹੜੇ ਕਿਸਾਨ ਨੇ ਜਿਹੜੇ ਧਰਨੇ ਤੇ ਬੈਠੇ ਨੇ, ਪ੍ਰਦਰਸ਼ਨ ਤੇ ਬੈਠੇ ਨੇ,
ਉਹ ਲਗਭਗ ਆਪਣੇ 470 ਸਾਥੀਆਂ ਨੂੰ ਖੋ ਚੁੱਕੇ ਨੇ, ਜਾਨ ਗਵਾ ਚੁੱਕੇ 470 ਕਿਸਾਨ, ਜਿਹੜਾ ਕਿ ਬਹੁਤ ਦੁਖਦਾਇਕ ਹੈ, ਬਹੁਤ ਦਰਦਨਾਕ ਹੈ। 11 ਵਾਰ ਪ੍ਰਧਾਨ ਮੰਤਰੀ ਜੀ ਉਹਨਾਂ ਨਾਲ ਗੱਲਬਾਤ ਸਰਕਾਰ ਦੀ ਹੋ ਚੁੱਕੀ ਹੈ, ਪਰ ਕੋਈ ਨਤੀਜਾ ਨਹੀਂ ਨਿਕਲਿਆ। ਤੁਸੀਂ ਜਾਣਦੇ ਹੋ ਕਿ ਸਾਡਾ ਦੇਸ਼ ਜਿਹੜਾ ਉਹ ਖੇਤੀ ਪ੍ਰਧਾਨ ਦੇਸ਼ ਹੈ। ਖੇਤੀ ਤੋਂ ਬਿਨਾਂ ਆਪਾਂ ਇਸ ਦੇਸ਼ ਦੀ ਕਲਪਨਾ ਵੀ ਨਹੀਂ ਕਰ ਸਕਦੇ। ਤੇ ਉਹ ਕਿਸਾਨ ਜਿਹੜੇ ਮਹਾਮਾਰੀ ਕਰੋਨਾ ਦੇ ਵਿੱਚ ਵੀ ਜਿਹੜਾ ਖੇਤੀ ਦਾ ਸੈਕਟਰ ਹੈ ਉਹ ਇਕੱਲਾ ਪੋਜ਼ਿਟਿਵ ਰਿਹਾ, ਬਾਕੀ ਸਾਰੇ ਜਿਹੜੇ ਸੈਕਟਰ ਨੇ ਉਹ ਨੈਗੇਟਿਵ ਚ ਰਹੇ ਨੇ। ਸਿਰਫ ਖੇਤੀ ਦਾ ਸੈਕਟਰ ਜਿਹੜਾ ਹੈ ਉਹ 3% ਤੋਂ ਉੱਪਰ ਉਹਦੀ ਜਿਹੜੀ GDP ਦੇ ਵਿੱਚ ਉਹ ਪੋਜ਼ਿਟਿਵ ਰਿਹਾ। ਸੋ ਇਹ ਕਿਸਾਨ ਜਿਹੜੇ ਨੇ ਉਹ ਦੇਸ਼ ਦੀ ਰੀੜ੍ਹ ਦੀ ਹੱਡੀ ਨੇ। ਉਹ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ, ਜਾਨ ਨੂੰ ਜੋਖਮ 'ਚ ਪਾ ਕੇ, ਬੱਚੇ, ਬਜ਼ੁਰਗ, ਔਰਤਾਂ ਸਮੇਤ ਉਹ ਬਾਰਡਰਾਂ ਤੇ ਬੈਠੇ ਨੇ। 6 ਮਹੀਨੇ ਹੋ ਜਾਣਗੇ 26 ਤਰੀਕ ਨੂੰ। ਹੁਣ ਕਿਸਾਨਾਂ ਨੇ ਸੱਦਾ ਦਿੱਤਾ ਹੈ ਗੱਲਬਾਤ ਦਾ ਕਿ ਗੱਲਬਾਤ ਕਰੋ, ਔਰ ਤੁਹਾਡਾ ਫਰਜ਼ ਵੀ ਬਣਦਾ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਔਰ ਤੁਸੀਂ ਆਪ ਖੁਦ ਵੀ ਮੀਡੀਆ ਦੇ ਵਿੱਚ ਕਈ ਵਾਰੀ ਕਹਿ ਚੁੱਕੇ ਹੋ ਕਿ ਮੈਂ ਕਿਸਾਨਾਂ ਦੇ ਮਸਲਿਆਂ ਦਾ ਹੱਲ ਕੱਢੂੰਗਾ ਤੇ ਸਿਰਫ ਇੱਕ ਫੋਨ ਕਾਲ ਦੀ ਦੂਰੀ ਤੇ ਹੋ। ਮੈਂ ਤੁਹਾਨੂੰ ਬੇਨਤੀ ਕਰਦਾ, ਕਿਰਪਾ ਕਰਕੇ ਹੁਣ ਫਰਾਖ ਦਿਲੀ ਦਿਖਾਓ, ਦਰਿਆ ਦਿਲੀ ਦਿਖਾਓ ਤੇ ਉਹਨਾਂ ਨੂੰ ਗੱਲਬਾਤ ਲਈ ਸਾਰੀਆਂ ਜਿਹੜੀਆਂ ਜਥੇਬੰਦੀਆਂ ਦੇ ਉਹਨਾਂ ਦੇ ਲੀਡਰ ਨੇ ਉਹਨਾਂ ਨੂੰ ਗੱਲਬਾਤ ਲਈ ਬੁਲਾਓ ਤੇ ਕਾਲੇ ਕਾਨੂੰਨ ਜਿਹੜੇ ਨੇ ਉਹ ਵਾਪਸ ਲਓ। हमारे किसानों को इन 3 काले कानूनों के खिलाफ आंदोलन करते हुए, प्रदर्शन करते हुए आने वाली 26 मई को 6 महीने पूरे हो जाएंगे। बीते 6 महीने से हमारे देश का किसान, हमारा अन्नदाता दिल्ली के बॉर्डर पर बैठकर 3 काले कानूनों के खिलाफ आंदोलन कर रहा है। और इसी 26 मई को केंद्र में बैठी मोदी सरकार, निर्दयी सरकार, हिटलर शाही से चलने वाली सरकार को 7 साल सत्ता के पूरे हो जाएंगे। आम आदमी पार्टी की ओर से हम मांग करते हैं नरेंद्र मोदी सरकार को कि होश में आओ और हमारे देश का अन्नदाता, हमारे देश का किसान जो बीते 6 महीने से रात दिन आंदोलन कर रहा है, गर्मी में, सर्दी में, धूप में, छाँव में, सुबह, दोपहर, शाम, उसने हर मौसम में कठोर तपस्या करते हुए इन 3 काले कानूनों के खिलाफ अपना आंदोलन दर्ज कराया है। हे निर्दयी मोदी सरकार, हमारे देश के किसान की बात सुनो और इन 3 ਕਾਲੇ ਕਾਨੂੰਨੋं को खारिज करो। ਕਾਂਗਰਸ ਵਾਲੇ ਪੱਖ ਤੋਂ ਵੀ ਅਪੀਲ ਕੀਤੀ ਗਈ ਹੈ ਕਿਸਾਨਾਂ ਦੀ ਚਿੱਠੀ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿ ਜਲਦ ਤੋਂ ਜਲਦ ਕਿਸਾਨਾਂ ਨੂੰ ਸੱਦਿਆ ਜਾਣਾ ਚਾਹੀਦਾ ਹੈ ਤੇ ਇਹ ਗੱਲਬਾਤ ਦੇ ਜ਼ਰੀਏ ਸਿਲਸਿਲਾ ਜਲਦ ਤੋਂ ਜਲਦ ਹੱਲ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਗਈ ਹੈ, ਉਸ ਦਾ ਅਸੀਂ ਸਮਰਥਨ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਜਲਦ ਗੱਲਬਾਤ ਲਈ ਉਹਨਾਂ ਨੂੰ ਬੁਲਾਉਣਗੇ, ਕਿਉਂਕਿ ਪ੍ਰਧਾਨ ਮੰਤਰੀ ਨੇ ਇਹੀ ਗੱਲ ਆਖੀ ਸੀ ਕਿ ਮੈਂ ਇੱਕ ਫੋਨ ਦੀ ਦੂਰੀ ਤੇ ਬੈਠਾ ਹਾਂ, ਪਰ ਉਹ ਫੋਨ ਦੀ ਦੂਰੀ ਪੂਰਾ ਵਿਸ਼ਵ ਘੁੰਮਣ ਤੋਂ ਬਾਅਦ ਵੀ ਹਜੇ ਤੱਕ ਫੋਨ ਨਹੀਂ ਆਇਆ। ਪਰ ਹੁਣ ਕਿਸਾਨਾਂ ਨੇ ਡੈਡਲੌਕ ਤੋੜਿਆ। ਉਮੀਦ ਹੈ ਕਿ ਮੋਦੀ ਜੀ ਦਾ ਫੋਨ ਆਊਗਾ, ਗੱਲਬਾਤ ਦੇ ਸੁਨੇਹਾ ਆਊਗਾ ਤੇ ਕਿਸਾਨਾਂ ਨਾਲ ਗੱਲ ਕੀਤੀ ਜਾਊਗੀ। ਕਾਂਗਰਸ ਪਾਰਟੀ ਪਹਿਲੇ ਦਿਨ ਤੋਂ ਹੀ ਇਹ ਆਰਡੀਨੈਂਸ ਸੀ ਜਦੋਂ ਉਦੋਂ ਤੋਂ ਵਿਰੋਧ ਕਰਦੀ ਆ ਰਹੀ ਹੈ। ਰਾਹੁਲ ਗਾਂਧੀ ਨੇ ਕੀਤਾ, ਸਾਡੀ ਨੈਸ਼ਨਲ ਲੀਡਰਸ਼ਿਪ ਨੇ ਕੀਤਾ, ਕੈਪਟਨ ਅਮਰਿੰਦਰ ਸਿੰਘ ਨੇ 15 ਜੂਨ ਨੂੰ ਪਹਿਲੀ ਵਾਰ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇਹ ਕਾਲੇ ਕਾਨੂੰਨਾਂ ਨੂੰ ਜਦੋਂ ਆਰਡੀਨੈਂਸ ਦੇ ਰੂਪ ਦੇ ਵਿੱਚ ਸਨ ਉਹਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਉਸ ਤੋਂ ਬਾਅਦ ਰੈਲੀਆਂ ਕੱਢੀਆਂ ਗਈਆਂ, ਟਰੈਕਟਰ ਰੈਲੀ ਕੱਢੀ ਗਈ ਰਾਹੁਲ ਗਾਂਧੀ ਵੱਲੋਂ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਗਿਆ ਤੇ ਫਿਰ ਇੱਕ ਮੈਸੇਜ ਦਿੱਤਾ ਗਿਆ ਕਿ ਪੰਜਾਬ ਕਾਂਗਰਸ ਕਿਸਾਨਾਂ ਦੇ ਨਾਲ ਖੜੀ ਹੈ। ਤੇ ਹੁਣ ਵੀ ਜਦੋਂ ਪਿਛਲੀ ਨੀਤੀ ਆਯੋਗ ਦੀ ਮੀਟਿੰਗ ਹੋਈ ਆ ਉਹਦੇ 'ਚ ਵੀ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਆਖੀ ਸੀ ਪ੍ਰਧਾਨ ਮੰਤਰੀ ਨੂੰ ਕਿ ਇਹ ਕਾਨੂੰਨਾਂ ਨੂੰ ਵਾਪਸ ਲੈ ਲਓ, ਬਹੁਤ ਸਮਾਂ ਹੋ ਗਿਆ, ਕਈ 100 ਕਿਸਾਨ ਸਾਡਾ ਸ਼ਹੀਦ ਹੋ ਗਿਆ ਉਹ ਦਿੱਲੀ ਦੇ ਬਾਰਡਰਾਂ ਤੇ ਇਹ ਕਾਲੇ ਕਾਨੂੰਨ ਰੱਦ ਕਰ ਦਿਓ, ਕਿਉਂਕਿ ਕਰੋਨਾ ਦਾ ਮੌਕਾ ਹੈ ਤੇ ਜਿਹੜੇ ਬਾਹਰਲੀਆਂ ਅਖਬਾਰਾਂ ਵੀ ਮਗਰਮੱਛ ਦੇ ਹੰਝੂਆਂ ਦੀ ਗੱਲ ਕਰਨ ਲੱਗੀਆਂ। ਸੋ ਮੋਦੀ ਜੀ, ਕਰੋਨਾ ਦੇ ਵਿੱਚ ਸਾਰਿਆਂ ਦੀ ਜਾਨ ਇੱਕੋ ਜੀ ਹੈ। ਸੋ ਸਾਡੇ ਕਿਸਾਨਾਂ ਨੂੰ ਵਾਪਸ ਭੇਜੋ ਤਾਂ ਜੋ ਆਪਦੇ ਘਰ ਵਾਲਿਆਂ ਨਾਲ ਰਹਿ ਕੇ ਖੁਸ਼ੀ-ਖੁਸ਼ੀ ਆਪਦਾ ਜੀਵਨ ਬਤੀਤ ਕਰਨ। ਅੱਗੇ ਜਾ ਕੇ ਬਥੇਰੇ ਮੌਕੇ ਮਿਲਣਗੇ। ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਹੈ, ਚੰਗੀ ਗੱਲ ਆ ਉਹਨਾਂ ਨੇ ਚਿੱਠੀ ਲਿਖੀ ਹੈ, ਚਲ ਪਰ ਜੇ ਦਿੱਲੀ ਦੀ ਸਰਕਾਰ ਕੇਜਰੀਵਾਲ ਕੋਈ ਐਸਾ ਬਿੱਲ ਜਾਂ ਆਰਡੀਨੈਂਸ ਪਾਸ ਕਰ ਦਿੰਦੀ ਦਿੱਲੀ ਅਸੈਂਬਲੀ ਦੇ ਵਿੱਚ ਤਾਂ ਜੋ ਇਹਨਾਂ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਨੂੰ ਮਜ਼ਬੂਤੀ ਮਿਲਦੀ ਤਾਂ ਵਧੀਆ ਹੁੰਦਾ। ਪਰ ਦਿੱਲੀ ਦੀ ਸਰਕਾਰ ਨੇ ਇੱਕ ਕਾਲਾ ਕਾਨੂੰਨ ਦਿੱਲੀ ਦੇ ਵਿੱਚ ਲਾਗੂ ਕੀਤਾ ਹੋਇਆ ਪਰ ਉਹਨੂੰ ਕੈਂਸਲ ਨਹੀਂ ਕੀਤਾ ਗਿਆ। ਜਿੱਥੋਂ ਤੱਕ ਭਗਵੰਤ ਮਾਨ ਦੀ ਗੱਲ ਹੈ, ਉਹਨਾਂ ਨੇ ਵੀ ਸਟੈਂਡਿੰਗ ਕਮੇਟੀ ਦੇ ਵਿੱਚ
ਆਪ ਦਾ ਪੱਖ ਪੂਰਿਆ ਹੋਇਆ ਇਸ ਚੀਜ਼ ਦੇ ਲਈ। ਤੇ ਉਧਰ ਰੁਕ ਕਰਾਂਗੇ ਵਿਦਿਆਰਥੀਆਂ ਦੇ ਵੱਲ। ਵਿਦਿਆਰਥੀਆਂ ਦੇ ਲਈ ਇੱਕ ਵੱਡੀ ਖਬਰ ਹੈ। ਹਾਲਾਂਕਿ ਪੰਜਾਬ ਦੇ ਵਿੱਚੋਂ ਇਹ ਵਿਦਿਆਰਥੀਆਂ ਦੇ ਲਈ ਖਬਰ ਕੋਈ ਬਹੁਤੀ ਵੱਡੀ ਨਹੀਂ ਹੈ, ਕਿਉਂਕਿ ਵਿਦਿਆਰਥੀ ਪਹਿਲਾਂ ਹੀ ਛੁੱਟੀਆਂ ਦੇ ਉੱਤੇ ਚੱਲ ਰਹੇ ਨੇ। ਪਰ ਹੁਣ ਪੰਜਾਬ ਸਰਕਾਰ ਦੇ ਵੱਲੋਂ 24 ਮਈ ਤੋਂ 23 ਜੂਨ ਤੱਕ ਦੇ ਲਈ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜੂਨ ਦੀਆਂ ਜੋ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਹੋਇਆ ਹੈ। ਦੱਸਦੀ ਕਿ ਹਾਲਾਂਕਿ ਕੋਵਿਡ ਦੇ ਚੱਲਦਿਆਂ ਪਿਛਲੇ ਤਕਰੀਬਨ 1.5 ਸਾਲ ਤੋਂ ਹੀ ਜਿਹੜੇ ਵਿਦਿਆਰਥੀ ਨੇ ਉਹ ਸੰਪੂਰਨ ਤੌਰ ਦੇ ਉੱਤੇ ਸਕੂਲਾਂ ਦੇ ਵਿੱਚ ਨਹੀਂ ਜਾ ਸਕੇ, ਪਰ ਹੁਣ ਅਧਿਕਾਰਿਕ ਤੌਰ ਦੇ ਉੱਤੇ ਜਿਹੜੀ ਇਹ ਛੁੱਟੀ ਕਰ ਦਿੱਤੀ ਗਈ ਹੈ। ਗਰਮੀਆਂ ਦੀਆਂ ਛੁੱਟੀਆਂ ਦੇ ਤੌਰ ਦੇ ਉੱਤੇ ਇਸ ਮਹੀਨੇ ਨੂੰ ਵੇਖਿਆ ਜਾਏਗਾ। 24 ਮਈ ਤੋਂ 23 ਜੂਨ ਤੱਕ ਦੀਆਂ ਛੁੱਟੀਆਂ ਜਿਹੜੀਆਂ ਪੰਜਾਬ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਨੇ। ਦੱਸਦੀ ਕਿ ਇਹਨਾਂ ਛੁੱਟੀਆਂ ਦਾ ਫਾਇਦਾ ਵਿਦਿਆਰਥੀਆਂ ਨੂੰ ਨਹੀਂ, ਪਰ ਅਧਿਆਪਕਾਂ ਨੂੰ ਜ਼ਰੂਰ ਹੋਏਗਾ, ਕਿਉਂਕਿ ਅਧਿਆਪਕ ਲਗਾਤਾਰ ਸਕੂਲਾਂ ਦੇ ਵਿੱਚ ਆ ਰਹੇ ਸੀ, ਪਰ ਹੁਣ ਅਧਿਆਪਕ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ ਨਹੀਂ ਆਉਣਗੇ। 24 ਤੋਂ ਲੈ ਕੇ 23 ਜੂਨ ਤੱਕ ਦੇ ਲਈ ਜਿਹੜੀਆਂ ਸਰਕਾਰੀ ਛੁੱਟੀਆਂ ਗਰਮੀ ਦੀਆਂ ਦਾ ਐਲਾਨ ਹੋ ਚੁੱਕਿਆ ਹੈ। ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਇਸ ਗੱਲ ਦਾ ਐਲਾਨ ਕੀਤਾ ਹੈ। ਦੱਸਦੀ ਕਿ ਲਗਾਤਾਰ ਪਿਛਲੇ 1.5 ਸਾਲ ਤੋਂ ਕੋਵਿਡ ਦੇ ਚੱਲਦਿਆਂ ਵਿਦਿਆਰਥੀ ਪੂਰਨ ਤਰੀਕੇ ਦੇ ਨਾਲ ਸਕੂਲਾਂ ਦੇ ਵਿੱਚ ਜਾ ਕੇ ਪੜ੍ਹਾਈ ਨਹੀਂ ਕਰ ਸਕੇ। ਜੇਕਰ ਵਿਚਲੇ ਦਿਨਾਂ ਦੀ ਗੱਲ ਕਰੀਏ, ਕੋਵਿਡ ਦੀ ਦੂਜੀ ਲਹਿਰ ਅਤੇ ਪਹਿਲੀ ਲਹਿਰ ਦੇ ਵਿਚਕਾਰਲਾ ਜੋ ਸਮਾਂ ਸੀ, ਉਦੋਂ ਸਕੂਲ ਜ਼ਰੂਰ ਖੁੱਲ੍ਹੇ ਨੇ, ਪਰ ਬਹੁਤ ਘੱਟ ਗਿਣਤੀ ਦੇ ਵਿੱਚ ਵਿਦਿਆਰਥੀ ਸਕੂਲਾਂ ਦੇ ਵਿੱਚ ਪਹੁੰਚੇ ਸੀ, ਕਿਉਂਕਿ ਮਾਪੇ ਵੀ ਇਸ ਚੀਜ਼ ਨੂੰ ਲੈ ਕੇ ਚਿੰਤਤ ਸੀ ਕਿ ਵਿਦਿਆਰਥੀ ਕਿਤੇ ਕਿਸੇ ਨਾਮੁਰਾਦ ਬਿਮਾਰੀ ਦੇ ਸ਼ਿਕਾਰ ਨਾ ਹੋਣ। ਪਰ ਹੁਣ ਦੂਸਰੀ ਲਹਿਰ ਚੱਲ ਰਹੀ ਹੈ, ਇਸ ਕਰਕੇ ਵੈਸੇ ਹੀ ਜਿਹੜੇ ਪੰਜਾਬ ਦੇ ਸਕੂਲ ਬੰਦ ਨੇ, ਤੇ ਉਸ ਦੇ ਚੱਲਦਿਆਂ ਜਿਹੜਾ ਹੁਣ ਵਿਦਿਆਰਥੀਆਂ ਦੇ ਲਈ ਨਹੀਂ ਪਰ ਅਧਿਆਪਕਾਂ ਦੇ ਲਈ ਖਬਰ ਜ਼ਰੂਰ ਹੈ ਕਿ ਉਹ ਹੁਣ 24 ਤੋਂ ਲੈ ਕੇ 23 ਜੂਨ ਤੱਕ ਛੁੱਟੀ ਦੇ ਉੱਤੇ ਰਹਿਣਗੇ। ਤੇ ਉਧਰ ਦੇਸ਼ ਦੇ ਸਾਰੇ ਹੀ ਸਿੱਖਿਆ ਮੰਤਰੀਆਂ ਦੀ, ਭਾਵ ਕਿ ਪੂਰੇ ਜਿੰਨੇ ਵੀ ਦੇਸ਼ ਦੇ ਸੂਬੇ ਨੇ, ਸਾਰੇ ਸੂਬਿਆਂ ਦੇ ਸਿੱਖਿਆ ਮੰਤਰੀਆਂ ਦੀ ਇੱਕ ਬੈਠਕ ਸੱਦੀ ਗਈ ਹੈ ਕੇਂਦਰ ਦੇ ਵੱਲੋਂ। ਇਹ ਹਾਈ ਲੈਵਲ ਮੀਟਿੰਗ ਹੋਣ ਜਾ ਰਹੀ ਹੈ। ਅੱਜ ਇਹ ਮੀਟਿੰਗ ਹੋਏਗੀ, ਜਿਸ ਦੇ ਵਿੱਚ ਸਾਰੇ ਮੁਲਕ ਦੇ ਸਿੱਖਿਆ ਮੰਤਰੀ ਹਾਜ਼ਰ ਹੋਣਗੇ, ਜਿਸ ਦੇ ਵਿੱਚ ਚਰਚਾ ਕੀਤੀ ਜਾਣੀ ਹੈ 12ਵੀਂ ਦੀਆਂ ਸਿੱਖਿਆਵਾਂ ਨੂੰ ਲੈ ਕੇ ਕਿ ਆਖਰਕਾਰ ਕਿਸ ਤਰ੍ਹਾਂ ਕੀਤਾ ਜਾਵੇ। 12ਵੀਂ ਦੇ ਵਿਦਿਆਰਥੀਆਂ ਦੀ ਜੇਕਰ ਪ੍ਰੀਖਿਆ ਹੁੰਦੀ ਹੈ ਤਾਂ ਉਹ ਪ੍ਰੀਖਿਆ ਕਿਸ ਸੰਦਰਭ ਦੇ ਵਿੱਚ ਲਈ ਜਾਣੀ ਹੈ, ਕਿਵੇਂ ਲਈ ਜਾਣੀ ਹੈ, ਤੇ ਜੇਕਰ ਨਹੀਂ ਲਈ ਜਾਂਦੀ ਤਾਂ ਕਿਸ ਤਰ੍ਹਾਂ ਉਹਨਾਂ ਨੂੰ ਅੱਗੇ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਮਿਲਣਗੀਆਂ। ਇਸ ਨੂੰ ਲੈ ਕੇ ਇੱਕ ਹਾਈ ਲੈਵਲ ਮੀਟਿੰਗ ਅੱਜ ਸੱਦੀ ਗਈ ਹੈ। ਡੱਲਾ ਸਾਹਿਬ ਦੇ ਵੱਲ ਚੱਲਦੇ ਹਾਂ। ਡੱਲਾ ਸਾਹਿਬ, ਇਹ ਕਾਰਨ ਕੀ ਹੈ ਜਿਹੜੀ ਅੱਜ ਦੀ ਹਾਈ ਲੈਵਲ ਮੀਟਿੰਗ ਜਿਹੜੀ ਸੱਦੀ ਗਈ ਹੈ? ਦੇਖੋ, ਜਿਹੜੀ ਮੀਟਿੰਗ ਹੋ ਰਹੀ ਹੈ ਕੱਲ ਸਾਰੇ ਦੇਸ਼ ਦੇ ਸਿੱਖਿਆ ਮੰਤਰੀਆਂ ਦੀ ਹੋ ਰਹੀ ਹੈ, ਰਾਜਨਾਥ ਸਿੰਘ ਉਹਨਾਂ ਦੇ ਨਾਲ। ਸੋ ਮੈਨੂੰ ਇਹ ਲੱਗਦਾ ਹੈ ਕਿਉਂਕਿ ਮੁਲਕ ਦੇ ਵਿੱਚ CBSE ਦੇ ਜਿਹੜੇ ਵੱਖ-ਵੱਖ ਬੋਰਡ ਨੇ, CBSE ਬੋਰਡ ਨੇ, ਇਸ ਤੋਂ ਇਲਾਵਾ ਕਈ ਸੂਬਿਆਂ ਦੇ ਬੋਰਡ ਨੇ, 10+2 ਦੇ ਵਿਦਿਆਰਥੀਆਂ ਦੇ ਇਮਤਿਹਾਨ ਨਹੀਂ ਹੋ ਸਕੇ। ਬਹੁਤ ਸੂਬਿਆਂ ਦੇ ਵਿੱਚ 10ਵੀਂ ਵਾਲੇ ਵਿਦਿਆਰਥੀ ਨੇ ਜਿਹੜੇ 9ਵੀਂ ਵਾਲੇ ਵਿਦਿਆਰਥੀਆਂ ਨੂੰ ਤਾਂ ਸਿੱਧਾ 10ਵੀਂ ਦੇ ਵਿੱਚ ਭੇਜ ਦਿੱਤਾ ਗਿਆ, ਤੇ ਕਈ ਸੂਬਿਆਂ 'ਚ 12ਵੀਂ ਦੇ ਇਮਤਿਹਾਨ ਨਹੀਂ ਹੋਏ ਔਰ CBSE ਦੇ ਵੀ ਨਹੀਂ ਹੋਏ। 12ਵੀਂ ਦੇ ਇਮਤਿਹਾਨ, 10+2 ਦੇ ਇਮਤਿਹਾਨ ਬਹੁਤ ਜ਼ਰੂਰੀ ਹੈ। ਮੈਨੂੰ ਲੱਗਦਾ ਜਿਹੜੀ ਸਿੱਖਿਆ ਮੰਤਰੀਆਂ ਦੇ ਨਾਲ ਮੀਟਿੰਗ ਹੈ ਰਾਜਨਾਥ ਸਿੰਘ ਦੀ, ਉਂਝ ਭਾਵੇਂ ਰਾਜਨਾਥ ਸਿੰਘ ਰੱਖਿਆ ਮੰਤਰੀ ਨੇ, ਉਹਦੇ ਪਿੱਛੇ ਸਿੱਖਿਆ ਮੰਤਰੀਆਂ ਨਾਲ ਮੀਟਿੰਗਾਂ ਪਿੱਛੇ 2 ਕਾਰਨ ਹੋ ਸਕਦੇ ਨੇ। ਇੱਕ ਤਾਂ ਇਹ ਕਿ ਭਵਿੱਖ 'ਚ ਅਗਰ ਤੀਜੀ ਲਹਿਰ ਆਉਂਦੀ ਹੈ ਤੇ ਉਹਨੂੰ ਕਿਵੇਂ ਟਾਕਰਾ ਕੀਤਾ ਜਾਵੇ, ਸਕੂਲਾਂ ਦੀਆਂ ਇਮਾਰਤਾਂ ਨੂੰ ਕਿਵੇਂ ਵਰਤਿਆ ਜਾਵੇ, ਕਿਉਂਕਿ ਪਿੰਡਾਂ 'ਚ ਸਿਹਤ ਸਹੂਲਤਾਂ ਹੈ ਨਹੀਂ, ਸਕੂਲਾਂ ਦੇ ਵਿੱਚ ਲੇਕਿਨ ਪਿੰਡ ਹੈਗੇ ਨੇ। ਇੱਕ ਤਾਂ ਆਹ ਪੱਖ ਹੈ ਜਿਹੜੀ ਮੀਟਿੰਗ 'ਚ ਚਰਚਾ ਹੋ ਸਕਦੀ ਹੈ ਕਿ ਕੋਵਿਡ 'ਚ ਕਿਵੇਂ ਜਿਹੜੇ ਸਕੂਲ ਨੇ, ਅਧਿਆਪਕ ਨੇ, ਇਹਨਾਂ ਦੀ ਵਰਤੋਂ ਹੋ ਸਕਦੀ ਹੈ ਨਜਿੱਠਣ ਦੇ ਵਿੱਚ। ਔਰ ਦੂਸਰਾ ਜਿਹੜੇ ਇਮਤਿਹਾਨ ਨੇ 10+2 ਦੇ, ਭਾਵੇਂ CBSE ਦੇ ਨੇ ਭਾਵੇਂ ਦੂਸਰੇ ਬੋਰਡਸ ਦੇ ਨੇ, ਉਹਨਾਂ ਨੂੰ ਕਦੋਂ ਕਰਾਇਆ ਜਾਵੇ, ਉਹਦੇ ਲਈ ਤੁਹਾਡੇ ਕੋਲੇ ਕਿਸ ਤਰ੍ਹਾਂ ਦੇ ਸੁਝਾਅ ਨੇ। ਸੋ ਇਹ ਪੂਰੇ ਵਿਸ਼ਿਆਂ ਦੇ ਉੱਤੇ ਆਦਾਨ ਪ੍ਰਦਾਨ ਹੈ ਜਿਹੜਾ ਕੱਲ ਦੀ ਅਹਿਮ ਬੈਠਕ, ਅੱਜ ਦੀ ਅਹਿਮ ਬੈਠਕ ਦੇ ਵਿੱਚ ਇਹ ਹੋਣਾ ਹੈ। ਜੀ ਡਾਕਟਰ ਸਾਹਿਬ, ਬਹੁਤ-ਬਹੁਤ ਧੰਨਵਾਦ ਜੀ। ਤੇ ਹੁਣ ਰੁਕ ਕਰਾਂਗੇ ਅਗਲੀ ਖਬਰ ਦੇ ਵੱਲ। ਇਹ ਖਬਰ ਹੈ ਦੂਜੀ ਇੱਕ ਅਜਿਹੀ ਨਾਮੁਰਾਦ ਬਿਮਾਰੀ ਦੇ ਨਾਲ ਸੰਬੰਧਿਤ ਜਿਸ ਨੂੰ ਬਲੈਕ ਫੰਗਸ ਕਿਹਾ ਜਾ ਰਿਹਾ, ਭਾਵ ਕਿ ਕਾਲੀ ਉੱਲੀ, ਜੋ ਕਿ ਲਗਾਤਾਰ ਹੁਣ ਆਪਣਾ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸ ਦੇ ਪਿੱਛੇ ਕਾਰਨ ਸਟੀਰੋਇਡ ਦੀ ਅੰਨ੍ਹੇਵਾਹ ਵਰਤੋਂ ਦੱਸੀ ਜਾ ਰਹੀ ਹੈ, ਜੋ ਕਿ ਲਗਾਤਾਰ ਡਾਕਟਰਾਂ ਦੇ ਵੱਲੋਂ ਹੋਈ ਹੈ। ਕਈ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਠੀਕ ਕਰਨ ਦੇ ਲਈ ਵਰਤੋਂ ਕੀਤੀ ਗਈ ਹੈ, ਜਿਸ ਤੋਂ ਬਾਅਦ ਬਲੈਕ ਫੰਗਸ ਨਾਮ ਦੀ ਨਵੀਂ ਨਾਮੁਰਾਦ ਬਿਮਾਰੀ ਨੇ ਜਨਮ ਲਿਆ। ਇਸ ਨੂੰ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਮਹਾਮਾਰੀ ਵੀ ਐਲਾਨ ਦਿੱਤਾ ਗਿਆ ਹੈ। ਇਸ ਦੇ ਕਾਰਨ ਹੁਣ ਤੱਕ ਪੂਰੇ ਮੁਲਕ ਦੇ ਵਿੱਚ ਜਿਹੜੇ ਇਸ ਦੇ ਨਾਲ 7000 ਦੇ ਕਰੀਬ ਜਿਹੜੇ ਲੋਕ ਇਸ ਦੇ ਸ਼ਿਕਾਰ ਹੋ ਚੁੱਕੇ ਨੇ, ਤੇ ਜੇਕਰ ਇਸ ਦੇ ਨਾਲ ਦੁਨੀਆ ਤੋਂ ਜਾਣ ਵਾਲੇ ਲੋਕਾਂ ਦੀ ਗਿਣਤੀ ਹੈ ਤੇ ਉਹ ਵੀ ਕੋਈ ਬਹੁਤੀ ਘੱਟ ਨਹੀਂ, 200 ਦੇ ਕਰੀਬ ਜਿਹੜੀ ਉਹ ਗਿਣਤੀ ਵੀ ਦੱਸੀ ਜਾ ਰਹੀ ਹੈ। ਇਹ ਅੰਕੜੇ ਲਗਾਤਾਰ ਚਿੰਤਤ ਕਰਦੇ ਜਾ ਰਹੇ ਨੇ, ਜੋ ਕਿ ਇਸ ਦੂਸਰੀ ਮਹਾਮਾਰੀ ਦੇ ਚੱਲਦਿਆਂ ਸਾਹਮਣੇ ਆ ਰਹੇ ਨੇ। ਇਸ ਨੂੰ ਲੈ ਕੇ ਪੰਜਾਬ ਦੇ ਸੀਨੀਅਰ ਡਾਕਟਰ ਅਤੇ ਪੰਜਾਬ ਕੋਵਿਡ ਰਿਵਿਊ ਕਮੇਟੀ ਦੇ ਵੱਡੇ ਆਗੂ KK ਤਲਵਾਰ ਦੇ ਵੱਲੋਂ ਵੀ ਗੱਲਬਾਤ ਕੀਤੀ ਗਈ ਹੈ। ਕਿ ਕੁਝ KK ਤਲਵਾਰ ਕਹਿ ਰਹੇ ਨੇ, ਉਹ ਸੁਣਦੇ ਹਾਂ। ਇਹ ਜਿਹੜੀ ਬਲੈਕ ਫੰਗਸ ਜਿਹਦੇ ਬਾਰੇ ਬਹੁਤ
मीडिया च भी दसिया जा रहा है, ये भी बड़ी सीरियस बीमारी है। और ये ब्लैक फंगस एक म्यूकोरमाइकोसिस होंदी है, फंगस जिन्होंने कह देंगे ब्लैक फंगस। ये फंगस जी कोविड के पेशेंट हैं जो रिकवर होने तो बाद ये हम हस्पतालों च आ रहे हैं, इस तरह की बीमारी ये पहली वेव भी सी पर घट सी। हुण पिछले महीने 4-6 हफ्तियां से बहुत केस बदल रहे। ये महाराष्ट्र गुजरात पहला ज़्यादा सी, हुण अपने पासे भी ये पेशेंट इस तरह के सामने आ रहे हैं। ये बीमारी जो पहला असी देखते सी बहुत घट देखते सी, हुण तां आए हफ्ते च हरेक हस्पताल च 15-20 पेशेंट जिहड़े हैं नज़र आ रहे हैं ना। ये हुंदा क्यों है कि जी कोविड के जिहड़े पेशेंट है, कोविड हो सकता है कि तुहाडी अपनी जिहड़ी इम्यूनिटी है ताकत नूं खराब करता है, जिन्होंने शुगर होएगी। और एक दवाई जिहड़ी स्टीरॉयड है, स्टीरॉयड का इस बीमारी फायदा भी है पर इनू और गलत यूज़ किया जाए। जो दसी गई है भी इन्नी डोज तो ज़्यादा नहीं देनी, वो डोज यूज़ किया जाए और जिहड़े मरीजों की जरूरत भी नहीं है उन्होंने दिता जाए। तो अगर कोविड है, शुगर की बीमारी है, तो स्टीरॉयड ज़्यादा डोज दी जा रहे हैं, ये खतरा है कि तो इस तरह की बीमारी फंगल वाली जो ब्लैक फंगस भी होने का डर है। ਪੰਜਾਬ 'ਚ ਵੱਡਾ ਪਸ਼ੂਆਂ ਦਾ ਹਸਪਤਾਲ ਗੜਵਾਸੂ ਨੂੰ ਮੰਨਿਆ ਜਾਂਦਾ ਹੈ। ਗੜਵਾਸੂ ਦੇ ਵਿੱਚ ਵੈਟਰਨਰੀ ਅਤੇ ਵੈਟਰਨਰੀ ਸਾਇੰਸ ਦੇ ਨਾਲ ਸੰਬੰਧਿਤ ਵੱਡੇ ਡਾਕਟਰ ਬੈਠਦੇ ਨੇ, ਪਰ ਗੜਵਾਸੂ ਦੇ ਵਿੱਚ ਬੀਤੇ ਦਿਨੀ 2 ਘੰਟੇ ਦੇ ਲਈ OPD ਬੰਦ ਕਰ ਦਿੱਤੀ ਗਈ। ਇਸ OPD ਨੂੰ ਬੰਦ ਕਰਨ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀ ਇੱਕ ਜਾਨਵਰ ਦੀ ਜਿਹੜੀ ਜਾਨ ਜਾਂਦੀ ਹੈ, ਜਿਸ ਤੋਂ ਬਾਅਦ ਇੱਕ ਡਾਕਟਰ ਦੇ ਖਿਲਾਫ ਮਾਮਲਾ ਦਰਜ ਹੋ ਜਾਂਦਾ ਹੈ, ਜਿਸ ਤੋਂ ਬਾਅਦ ਰੋਸ ਦੇ ਵਜੋਂ ਗੜਵਾਸੂ ਦੇ ਡਾਕਟਰਾਂ ਦੇ ਵੱਲੋਂ 2 ਘੰਟੇ ਦੇ ਲਈ OPD ਬੰਦ ਕਰ ਦਿੱਤੀ ਜਾਂਦੀ ਹੈ। ਤੇ ਨਾਲ ਹੀ ਉਹਨਾਂ ਨੇ ਇਸ ਗੱਲ ਦਾ ਵੀ ਐਲਾਨ ਕਰ ਦਿੱਤਾ ਕਿ ਜੋ FIR ਦਰਜ ਕੀਤੀ ਗਈ ਹੈ ਡਾਕਟਰ ਦੇ ਉੱਤੇ, ਜੇਕਰ ਵਾਪਸ ਨਹੀਂ ਲਈ ਜਾਂਦੀ ਤਾਂ ਉਹਨਾਂ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਸਥਾਈ ਤੌਰ ਦੇ ਉੱਤੇ ਵੀ ਜਿਹੜੀਆਂ ਸੇਵਾਵਾਂ ਨੇ ਸਸਪੈਂਡ ਕੀਤੀਆਂ ਜਾ ਸਕਦੀਆਂ ਨੇ। ਮਾਮਲਾ ਇਹ ਹੈ ਕਿ ਇੱਕ ਪੈਟ ਲੈ ਕੇ ਆਇਆ ਜਾਂਦਾ ਡੌਗ 'ਚ ਇੱਥੇ ਹਸਪੀਟਲ 'ਚ, ਤੇ ਕਿਸੇ ਹਾਇਰ ਆਫੀਸ਼ੀਅਲ ਦਾ ਪੈਟ ਸੀ। ਬੋਡੀਗਾਰਡ ਉਹਨੂੰ ਲੈ ਕੇ ਆਉਂਦੇ ਆ, ਹਾਇਰ ਆਫੀਸ਼ੀਅਲ ਆਪ ਨਹੀਂ ਆਉਂਦਾ। ਤੇ ਉਹ ਅਸੀਂ ਉਹਦਾ ਕੁਝ ਕੁ ਸੈਂਪਲ ਲੈ ਲਏ, ਉਹਨਾਂ ਨੂੰ ਕਿਹਾ ਕਿ ਤੁਸੀਂ ਲੈ ਜਾਓ, ਇਹਦੇ ਰਿਪੋਰਟ ਤੋਂ ਬਾਅਦ ਟਰੀਟਮੈਂਟ ਕਰਾਂਗੇ। ਜਦੋਂ ਉਹ ਲੈ ਕੇ ਜਾਂਦੇ ਆ ਇੱਕ ਸਟੂਡੈਂਟ ਨੂੰ ਕਹਿੰਦੇ ਅਸੀਂ ਇਹਨੂੰ ਜੋੜ ਕੇ ਫੜਦੇ ਹਾਂ, ਤੁਸੀਂ ਇਹਦਾ ਬਲੱਡ ਲੈ ਲਓ। ਜਦੋਂ ਉਹ ਜੋੜ ਕੇ ਉਹਨਾਂ ਨੂੰ ਡੌਗ ਨੂੰ ਫੜਦੇ ਆ ਹਸਪੀਟਲ ਦੀ ਪ੍ਰੈਮਿਸਿਸ ਦੇ ਬਾਹਰਲੇ ਪਾਸੇ ਹੀ, ਤਾਂ ਡੌਗ ਦੀ ਡੈਥ ਹੋ ਜਾਂਦੀ ਹੈ ਸਫੋਕੇਸ਼ਨ ਨਾਲ। ਤੇ ਉਦੋਂ ਉਹ ਮਾਮਲਾ FIR ਲੌਜ ਇਹ ਕਰਾਉਂਦੇ ਆ ਕਿ ਡਾਕਟਰ ਦੇ ਫੜਨ ਨਾਲ, ਕਿ ਡਾਕਟਰ ਨੇ ਉਹਦੇ ਬੋਰੀ ਨਾਲ ਕੁਝ ਮੂੰਹ ਘੁੱਟਦਾ, ਇੱਦਾਂ ਦਾ ਕੁਝ ਗਲਤ FIR ਕਰਾਉਂਦੇ ਆ, ਜਿਹੜੀ ਕਿ ਬਿਲਕੁਲ ਗਲਤ ਹੈ। ਅਸੀਂ ਇਹਦਾ ਨਿਖੇਧੀ ਕਰਦੇ ਹਾਂ, ਜਿਹੜੀ ਕਿ ਸਰਾਸਰ ਇੱਕ ਆਪਣੇ ਵੱਲੋਂ ਮਨਘੜਤ ਸਟੋਰੀ ਹੈ। ਤੇ ਉਸ FIR ਦਾ ਅਸੀਂ ਵਿਰੋਧ ਕਰਦੇ ਹਾਂ। FIR ਵਿਡਰਾ ਕੀਤੀ ਜਾਵੇ ਤੇ ਆਫੀਸ਼ੀਅਲ ਜਿਹੜਾ ਹੈ ਜਿਹਨੇ ਇਹ ਝੂਠੀ FIR ਕਰਾਈ ਹੈ ਜਾਂ ਨਾਲ ਜਿਹੜੇ ਅਕੰਪਨੀ ਕੀਤੇ ਆ ਉਹਦੇ ਆਫੀਸ਼ੀਅਲ ਮਸ਼ੀਨਰੀ ਉਹਨੇ ਮਿਸਯੂਜ਼ ਕੀਤੀ ਹੈ, ਉਹਦੇ ਕਾਰਵਾਈ ਕੀਤੀ ਜਾਵੇ। ਉਦੋਂ ਤੱਕ ਅਸੀਂ ਆਪਣਾ ਧਰਨਾ ਜਾਰੀ ਰੱਖਾਂਗੇ। ਅਸੀਂ ਅੱਜ OPD ਸਸਪੈਂਡ ਕੀਤੀ ਹੈ 2 ਘੰਟੇ ਲਈ। ਜੇ ਸਾਨੂੰ ਕੋਈ ਗੌਰਮੈਂਟ ਵੱਲੋਂ ਕਾਰਵਾਈ ਨਾ ਕੀਤੀ ਗਈ, ਅਸੀਂ ਇਹ OPD ਨੂੰ ਸਸਪੈਂਡ ਰੱਖਾਂਗੇ ਕਾਫੀ ਦੇਰ। ਹਾਂ, ਉਹਨਾਂ ਨੇ ਨਾਂ ਲਿਖਾਇਆ, ਬਲਜੀਤ ਸਿੰਘ ਨਾਂ ਦਾ ਕੋਈ ਗਾਰਡ ਸੀਗੇ, ਬੋਡੀਗਾਰਡ, ਜਿਹੜੇ ਕਿ ਇਹ ਡੌਗ ਲੈ ਕੇ ਆਏ ਸੀਗੇ। ਕੋਈ ਜੁਡੀਸ਼ਰੀ ਦੇ ਇਹ ਬੋਡੀਗਾਰਡ ਸੀਗੇ, ਜਿਹੜਾ ਕਿ ਮਿਸਯੂਜ਼ ਆਫ ਆਫੀਸ਼ੀਅਲ ਉਹਨਾਂ ਦੀ ਪੋਜੀਸ਼ਨ ਹੈ ਕਿ ਆਪਣੇ ਬੋਡੀਗਾਰਡ ਨੂੰ ਡੌਗ ਦੇ ਨਾਲ ਭੇਜਣਾ। ਜਦੋਂ ਕਿ ਪੈਟ ਨੂੰ ਅਸੀਂ ਕਿੰਨਾ ਲਵ ਕਰਦੇ ਹਾਂ, ਆਪ ਲੈ ਕੇ ਆਉਂਦੇ ਹਾਂ। ਹਾਲਾਂਕਿ ਅੱਜ ਕੱਲ੍ਹ ਕੋਰਟ ਨਹੀਂ ਚੱਲ ਰਹੇ ਤੇ ਫਿਰ ਵੀ ਆਪ ਨਹੀਂ ਲੈ ਕੇ ਆਉਂਦੇ। ਇਸ ਆਪ ਕਰੋਨਾ ਟਾਈਮ 'ਚ ਵੀ ਅਸੀਂ ਸਰਵਿਸ ਦੇ ਰਹੇ ਹਾਂ ਤੇ ਉਹ ਪੈਟ ਨੂੰ ਆਪਣੇ ਜਿਹੜਾ ਕਿ ਇੱਕ ਫੈਮਿਲੀ ਦਾ ਮੈਂਬਰ ਹੁੰਦਾ, ਇੱਕ ਬੋਡੀਗਾਰਡ ਦੇ ਥਰੂ ਭੇਜ ਰਹੇ ਆ। ਤੇ ਜਿਹੜੇ ਨੂੰ ਤੇ ਹੁਣ ਰੁਕ ਕਰਾਂਗੇ ਵੈਕਸੀਨੇਸ਼ਨ ਦੇ ਵੱਲ। ਜੀ ਹਾਂ, ਲੁਧਿਆਣਾ ਸ਼ਹਿਰ ਦੇ ਵਾਸੀਆਂ ਦੇ ਲਈ ਖੁਸ਼ਖਬਰੀ ਹੈ ਕਿ ਹੁਣ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਮੁੜ ਤੋਂ ਵੈਕਸੀਨੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਲੁਧਿਆਣੇ ਦੇ ਵਿੱਚ ਬੀਤੇ ਦਿਨੀ ਇੱਕ ਨਿੱਜੀ ਹਸਪਤਾਲ ਦੇ ਵਿੱਚ ਵੈਕਸੀਨੇਸ਼ਨ ਦੀ ਡੋਜ਼ ਪਹੁੰਚੀ ਹੈ, ਜਿੱਥੇ ਜਾ ਕੇ ਤੁਸੀਂ ਆਪਣਾ ਵੈਕਸੀਨੇਸ਼ਨ ਕਰਵਾ ਸਕਦੇ ਹੋ। ਇਹਨਾਂ ਹਸਪਤਾਲਾਂ ਦੇ ਵਿੱਚ ਇਹ ਵੀ ਸਾਫ਼ ਹੈ ਕਿ ਵੈਕਸੀਨੇਸ਼ਨ ਮੁਫਤ ਦੇ ਵਿੱਚ ਨਹੀਂ ਹੋਏਗੀ। ਇਹਨਾਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਤੁਹਾਨੂੰ ਪੈਸੇ ਦੇਣੇ ਪੈਣਗੇ, ਪਰ ਜੇਕਰ ਸਰਕਾਰੀ ਹਸਪਤਾਲ ਦੇ ਵਿੱਚ ਵੈਕਸੀਨੇਸ਼ਨ ਹੁੰਦੀ ਹੈ ਤਾਂ ਉੱਥੇ ਤੁਸੀਂ ਮੁਫਤ ਦੇ ਵਿੱਚ ਕਰਵਾ ਸਕੋਗੇ। ਪਰ ਜੇਕਰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਤੁਸੀਂ ਜਾ ਕੇ ਇਛੁਕ ਹੋ ਤੇ ਜਲਦ ਤੋਂ ਜਲਦ ਜਿਹੜੀ ਵੈਕਸੀਨੇਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਖੁਸ਼ਖਬਰੀ ਹੈ ਕਿ ਵੈਕਸੀਨੇਸ਼ਨ ਜਿਹੜੀ ਵੈਕਸੀਨ ਹੈ ਉਹ ਹੁਣ ਪਹੁੰਚ ਚੁੱਕੀ ਹੈ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ। ਇਸ ਨੂੰ ਲੈ ਕੇ ਲੁਧਿਆਣੇ ਦੇ DC ਸਾਹਿਬ ਦਾ ਕੀ ਕਹਿਣਾ ਉਹ ਸੁਣਦੇ ਹਾਂ। ਜੀ, ਮੈਨੂੰ ਬੜੀ ਖੁਸ਼ੀ ਹੈ। ਅੱਜ ਮੈਂ ਲੁਧਿਆਣੇ ਦੇ ਸਾਰੇ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਲੁਧਿਆਣੇ ਦੇ ਵਿੱਚ ਪ੍ਰਾਈਵੇਟ ਵੈਕਸੀਨੇਸ਼ਨ ਦੀ ਸਟਾਰਟ ਹੋ ਗਈ ਹੈ। 2000 ਡੋਜ਼ਿਸ ਅੱਜ ਸਵੇਰੇ ਹੀ ਪਹੁੰਚੀਆਂ ਨੇ ਮੋਹਨ ਦੀ ਓਸਵਾਲ ਹਸਪੀਟਲ ਦੇ ਵਿੱਚ। ਇੱਥੋਂ ਦੀ ਮੈਨੇਜਮੈਂਟ ਨੂੰ ਮੈਂ ਵਧਾਈ ਦਿੰਦਾ। ਔਰ ਇਸ ਤੋਂ ਵੀ ਵੱਡੀ ਖੁਸ਼ੀ ਦੀ ਗੱਲ ਹੈ ਕਿ 28 ਤਰੀਕ ਨੂੰ ਮਤਲਬ ਪੂਰੇ ਇੱਕ ਹਫ਼ਤੇ ਬਾਅਦ DMC ਹਸਪੀਟਲ ਦੇ ਵਿੱਚ 50,000 ਡੋਜ਼ ਆਉਣੀ ਹੈ।
SPS ਹਸਪੀਟਲ ਦੇ ਵਿੱਚ 25000 ਡੋਜ਼ ਆਉਣੀ ਹੈ, ਫੋਰਟਿਸ ਹਸਪੀਟਲ ਦੇ ਵਿੱਚ 10000 ਡੋਜ਼ ਆਉਣੀ ਹੈ, ਮੋਹਨਦੇਈ ਓਸਵਾਲ ਦੀ 10000 ਹੋਰ ਬੁੱਕ ਹੈ ਜਿਹੜੀ ਕਿ 28 ਤਰੀਕ ਨੂੰ ਆ ਜਾਏਗੀ, ਦੀਪ ਹਸਪੀਟਲ 'ਚ 15000, ਵਰਮਾ ਮਲਟੀ ਸਪੈਸ਼ਲਿਟੀ ਜਿਹੜਾ ਹੈਗਾ 2000 28 ਤਰੀਕ ਨੂੰ, ਔਰ ਇਹ ਕੁੱਲ ਮਿਲਾ ਕੇ 1,12,000 ਡੋਜ਼ ਹੈ, ਔਰ ਇਹ 29 ਤਰੀਕ ਨੂੰ ਆਮ ਪਬਲਿਕ ਦੇ ਲੱਗਣੀ ਸ਼ੁਰੂ ਹੋ ਜਾਏਗੀ ਔਨ ਪੇਮੈਂਟ ਬੇਸਿਸ। ਦੇਖੋ ਇਹ ਵੈਕਸੀਨੇਸ਼ਨ ਪਹਿਲਾਂ ਵੀ ਚੱਲ ਰਹੀ ਸੀ ਐਂਡ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਕੁਝ ਸਮਾਂ ਲਈ ਬੰਦ ਹੋ ਗਈ ਸੀਗੀ ਤੇ ਵੈਕਸੀਨ ਦੀ ਸਪਲਾਈ ਦੁਬਾਰਾ ਚਾਲੂ ਹੋ ਗਈ ਹੈ। ਲੋਕਾਂ ਨੂੰ ਅਪੀਲ ਹੈ ਕਿ ਉਹ ਜਿਹੜਾ ਵੀ ਉਹਨਾਂ ਦਾ ਨੇੜੇ ਦਾ ਪ੍ਰਾਈਵੇਟ ਹਸਪੀਟਲ ਹੈ ਉਹ ਜਿਹੜੀ ਕੋਵਿਨ ਐਪ ਹੈ ਉਹਦੇ 'ਤੇ ਲੌਗਇਨ ਕਰਕੇ ਦੇਖ ਲੈਣ ਕਿ ਕਿਹੜਾ ਹਸਪੀਟਲ ਪ੍ਰਾਈਵੇਟ ਜੋ ਪਬਲਿਕ ਨੂੰ ਵੈਕਸੀਨ ਲਗਾ ਰਿਹਾ ਉਹਦੇ ਵਿੱਚ ਸਲੋਟਸ ਵੀ ਉਹ ਆਨਲਾਈਨ ਬੁੱਕ ਕਰਾ ਸਕਦੇ ਐਂਡ ਪ੍ਰਾਈਵੇਟ ਹਸਪੀਟਲਸ ਨੇ ਆਪਣੇ ਜੋ ਚਾਰਜ ਬੇਸਿਸ ਤੇ ਲਗਾਣੀ ਹੈ, ਜਿੱਦਾਂ ਮੋਹਨਦਾਈ ਹਸਪੀਟਲ ਹੈ ਇਹ 850 ਰੁਪਏ ਦੇ ਵਿੱਚ ਲਗਾ ਰਹੇ ਹੈ। ਸਰਕਾਰੀ ਤਾਂ ਫ੍ਰੀ ਲੱਗਦੀ ਹੈ ਲੇਕਿਨ ਸਰਕਾਰੀ ਦੇ ਵਿੱਚ ਕਈ ਵਾਰੀ ਪਬਲਿਕ ਨੂੰ ਅਪਾਇੰਟਮੈਂਟ ਦੇ ਵਿੱਚ ਪ੍ਰੋਬਲਮ ਆ ਰਹੀ ਸੀਗੀਆਂ ਤੇ ਉਹ ਸਰਕਾਰੀ ਤਾਂ ਫ੍ਰੀ ਲੱਗਦੀ ਰਹੇਗੀ। ਇਸ ਤੋਂ ਇਲਾਵਾ ਜਿਹੜੇ ਪ੍ਰਾਈਵੇਟ ਹਸਪੀਟਲ ਲੁਧਿਆਣੇ ਦੇ ਸਾਰੇ ਹੀ ਪ੍ਰਾਈਵੇਟ ਹਸਪੀਟਲਸ ਹੈ ਉਹ ਧੀਰੇ ਧੀਰੇ ਕਰਕੇ ਚਾਲੂ ਕਰਨਗੇ। ਅੱਜ ਇਹ ਇੱਥੇ ਚਾਲੂ ਹੋ ਗਈ ਹੈ ਤੇ ਅਗਲੇ ਹਫਤੇ ਤੱਕ ਸਾਰੇ ਹੀ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਚਾਲੂ ਹੋ ਜਾਏਗੀ। ਉਧਰ ਅੰਮ੍ਰਿਤਸਰ ਦੇ ਵਿੱਚ ਵੀ ਕੋਰੋਨਾ ਵੈਕਸੀਨ ਨੂੰ ਲੈ ਕੇ ਫ੍ਰੀ ਕੈਂਪ ਲਾਇਆ ਗਿਆ। ਇਸ ਫ੍ਰੀ ਕੈਂਪ ਦੇ ਵਿੱਚ ਮੁਹੱਲਾ ਅਤੇ ਹੋਰ ਆਲੇ ਦੁਆਲੇ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਪਹੁੰਚੋ ਅਤੇ ਵੈਕਸੀਨ ਲਵਾਓ ਤਾਂ ਜੋ ਇਸ ਮਹਾਮਾਰੀ ਦੀ ਤੀਜੀ ਵੇਗ ਨੂੰ ਪੂਰਾ ਮੁਲਕ ਰਲ ਕੇ ਵੈਕਸੀਨੇਸ਼ਨ ਕਰਵਾ ਕੇ ਇਸ ਦੀ ਤੀਜੀ ਵੇਗ ਨੂੰ ਤੋੜ ਸਕੇ। मैं कोविड का इंजैक्शन लगवाया, फर्स्ट डोज लगवाई है, मैंने कोई फील भी नहीं होया लगवाते जरा जा प्रिक होया एंड दैट्स इट। तो मैं सारे यूथ को अपील करती हूँ कि ज़रूर लगवाओ, बहुत ज़रूरी है, इस महामारी तो बचने लिए बहुत ज़्यादा ज़रूरी है। थैंक यू। सैकेंड डोज आई थिंक 3 मंथ्स बाद लगेगी। फैमिली ने भी लगवाई है जब उसी पहले लगवाई? फिलहाल मैं पहली बारी लगवाई है, फैमिली विचों मैं फर्स्ट हाँ जिन्हें लगवाई है एंड मेरे लाइक ब्रदर ने भाभी ने सबने लगवाई है, मेरे भूआ जी ने वो मेरे कोल बैठे उन्होंने लगवाई है। डॉक्टर तजिंदर सिंह बेटा हमने आज सिविल सर्जन अमृतसर के दिशा निर्देश के अनुसार और श्री गीता सेवा सोसाइटी के सहयोग से यहाँ पे कोविड-19 टीकाकरण का कैंप लगाया था, जिसमें हमें हमारी अपेक्षा से ज़्यादा रिस्पांस मिला। इंजेक्शन हम 100 लेके आए थे लेकिन लोग 150 आ गए तो बाकियों को भेजना पड़ा, तो कोशिश करेंगे कि उनको भी नेक्स्ट वीक कवर कर लिया जाए। सर ये कितनी देर तक ऐसे कैंप लगाते रहेंगे? ये सर कैंप लगते रहेंगे जब तक सारा जिला वैक्सीनेट नहीं हो जाता, हर जगह लग रहे हैं, लगते भी रहेंगे। सर वैक्सीनेशन की कालाबाजारी शुरू हो गई थी आपकी तरफ से, अभी फ्री कैंप लगाया गया, क्या कहना चाहते हैं? ऐसा कुछ भी नहीं है, कालाबाजारी इस वैक्सीन की नहीं हो रही, दिस इज़ कोविड वैक्सीन। ये जो इंडियन गवर्नमेंट से आता है वो जो कालाबाजारी है वो इंजेक्शन दूसरे हैं, रेमडेसिविर वगैरह जो कोविड जिसको हो जाए उसमें यूज़ होते हैं। लोगों के अंदर बहुत डर है, पहली वैक्सीन नहीं लगाते कि मौत हो जाती है, इससे बहुत सारे घटनाएं भी सामने आई हैं। वो उस डर को लोगों ने खुद ही जवाब दे दिया है। अगर 100 वैक्सीन है 150 बंदा आया तो इसका मतलब क्या है, लोग डर नहीं रहे, आ रहे। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਇੰਨਾ ਹੀ, ਫਿਰ ਮੁੜ ਹਾਜ਼ਰ ਹੋਵਾਂਗੇ ਨਵੀਂ ਅਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।